बिस्मिल्लाहिर्रहमानिर्रहीम अस्सलाम वालेकुम। दोस्तों, आज ज़रा बड़ा दिलचस्प तबसरा करेंगे, सुनकर आपको मज़ा आएगा। मैं आपका होस्ट मोहम्मद रमज़ान भट्टी और आप देख रहे हैं मेरा चैनल पाकिस्तान जिंदाबाद 11223। सब्सक्राइब करें और बेल के बटन को ज़रूर दबाएं। आज आपको बहुत मज़ा आने वाला है। सबसे पहले हम बात करेंगे इस वक्त सोशल मीडिया के ऊपर जो पीटीआई के यूट्यूबर्स हैं और जो नून लीग के यूट्यूबर्स हैं उन पर बात करेंगे। थोड़ा सा यहाँ पंजाबी का टच देते हैं। वो इस वक्त जो नून लीग के एक बड़े करता धरता यूट्यूबर इंग्लैंड में बैठे हुए हैं, मिठा जी। वो मिठा जी ਨੂੰ ਜ਼ਰਾ ਸ਼ਰਮ ਨਹੀਂ ਰਹਿ ਗਈ, ਬਿਲਕੁਲ ਸ਼ਰਮ ਨਹੀਂ ਰਹਿ ਗਈ। ਉਹ ਪਹਿਲੇ ਬੜਾ ਅੱਛਾ, ਅਸੀਂ ਵੀ ਉਹਦਾ ਪ੍ਰੋਗਰਾਮ ਪਸੰਦ ਕਰਦੇ ਸਾਂ। ਤੇ ਮਿੱਠਾ ਜੀ, ਤੁਹਾਨੂੰ ਕੁਛ ਖੁਦਾ ਦਾ ਖੌਫ ਕਰਨਾ ਚਾਹੀਦਾ। ਹੁਣ ਤੁਸੀਂ ਸਿੱਧੀ ਸਿੱਧੀਆਂ ਗਾਲਾਂ ਤੇ ਪਤਾ ਨਹੀਂ ਕੀ ਕੁਛ। ਉਹ ਤੁਹਾਡੇ ਪ੍ਰੋਗਰਾਮ ਨੂੰ ਬੁੱਢੀਆਂ ਵੀ ਦੇਖ ਰਹੀਆਂ ਹੁੰਦੀਆਂ, ਬੱਚੀਆਂ ਵੀ ਦੇਖ ਰਹੀਆਂ ਹੁੰਦੀਆਂ ਤੇ ਬੱਚੇ ਵੀ ਦੇਖ ਰਹੇ ਹੁੰਦੇ। ਤੁਸੀਂ ਕੀ ਦੱਸਣਾ ਚਾਹੁੰਦੇ ਜੇ? ਕਿਸੇ ਦੀ ਮਾਂ ਭੈਣ ਨੂੰ ਗਾਲਾਂ ਕੱਢੀ ਜਾਓ, ਜੋ ਮਰਜ਼ੀ ਕਰੀ ਜਾਓ ਤੇ ਦੁਨੀਆ ਵਾਹ 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 ਤੁਹਾਡੀਆਂ ਤਾਰੀਫਾਂ ਕਰੀ ਜਾਏਗੀ। ਤੁਹਾਨੂੰ ਆਪਣੇ ਆਪ ਸ਼ਰਮ ਆਣੀ ਚਾਹੀਦੀ ਹੈ। ਚੰਗੇ ਪ੍ਰੋਗਰਾਮ ਕਰੋ, ਪੀਟੀਆਈ ਦੇ ਖਿਲਾਫ ਕਰੋ, ਨੂਨ ਲੀਗ ਔਰ ਪੀਪਲ ਪਾਰਟੀ ਦੇ ਖਿਲਾਫ ਕਰੋ, ਜਿਹਦੇ ਮਰਜ਼ੀ ਖਿਲਾਫ ਬੋਲੋ। ਤੁਸੀਂ ਬਾਹਰ ਬੈਠੇ ਜੀ, ਤੁਹਾਨੂੰ ਕਿਸੇ ਨੇ ਕੀ ਕਹਿਣਾ? ਅਸੀਂ ਇੱਥੇ ਗਲਤ ਬੋਲਾਂਗੇ ਨਾ ਤੇ ਸਾਨੂੰ ਫੜ ਕੇ ਹੱਥ ਘੜੀਆਂ ਲਾ ਲੈਣੀਆਂ ਤੇ ਸਾਨੂੰ ਫੜ ਕੇ ਤੇ ਅੰਦਰ ਤਾੜ ਦੇਣਾ। ਅਸੀਂ ਐਸੇ ਕਰਕੇ ਬੜੇ ਇhtiyਾਤ ਨਾਲ ਬੋਲਦੇ ਹਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਸਾਡੇ ਕਿਸੇ ਸਿਆਸੀ ਜਮਾਤ ਦੇ ਹੱਕ ਦੇ ਵਿੱਚ ਅਸੀਂ ਸਪੈਸ਼ਲ ਨਾ ਬੋਲੀਏ। ਅਸੀਂ ਉਹਨਾਂ ਕੇ ਮਤਲਬ ਹਿਸਾਬ ਕਿਤਾਬ ਦੇ ਨਾਲ ਗੱਲਬਾਤ ਕਰੀਏ ਕਿ ਜਿੰਨੀ ਕੁ ਮਤਲਬ ਗੱਲ ਬਰਦਾਸ਼ਤ ਹੋ ਜਾਵੇ। ਅਸੀਂ ਕਿਸੇ ਸਿਆਸੀ ਜਮਾਤ ਨਾਲ ਤਲਕ ਵੀ ਨਹੀਂ ਰੱਖਦੇ, ਬਿਲਕੁਲ ਹੀ ਤਲਕ ਰੱਖਦੇ। ਅਸੀਂ ਤਬਸਰਾ ਕਰਦੇ ਹਾਂ ਬਿਲਕੁਲ ਸਾਫ਼ ਸੁਥਰਾ ਜਿਹਾ, ਬਿਲਕੁਲ ਚੰਗਾ। ਤੇ ਤੁਸੀਂ ਪਤਾ ਨਹੀਂ ਕਿਹੜੀ ਡੰਡੀ ਤੇ ਟੁਰ ਪਏ ਜੇ। ਹਾਂਜੀ, ਪਗਡੰਡੀ ਤੇ ਟੁਰ ਪਏ ਜੇ। ਤੁਹਾਨੂੰ ਜ਼ਰਾ ਸ਼ਰਮ ਨਹੀਂ ਰਹਿ ਗਈ। ਹਾਂਜੀ, ਤੇ ਪਾਕਿਸਤਾਨ 'ਚ ਬੜੇ ਬੜੇ ਚੰਗੇ ਨਾਮਵਰ ਯੂਟਿਊਬਰ ਹੈਗੇ ਨੇ ਔਰ ਸਹਾਫੀ ਹੈਗੇ ਨੇ, ਜਿਨ੍ਹਾਂ 'ਚ ਮਨਸੂਰ ਅਲੀ ਖਾਨ ਹੈ, ਜਵੇਦ ਚੌਧਰੀ ਹੈ, ਉਹ ਤੋਂ ਸ਼ਾਹਜ਼ੇਬ ਖਾਨਜ਼ਾਦਾ ਹੈ। ਉਸ ਤੋਂ ਇਲਾਵਾ ਹੋਰ ਵੀ ਬੜੇ ਲੋਕ ਨੇ, ਮਨੀਫ ਫਰੂਕ ਹੈ। ਤੁਸੀਂ ਉਹਨਾਂ ਦਾ ਤਬਸਰਾ ਸੁਣੋ, ਬੜਾ ਜ਼ਬਰਦਸਤ ਕਿਸਮ ਦਾ ਸਾਫ਼ ਸੁਥਰਾ ਤਬਸਰਾ ਕਰਦੇ। ਤੇ ਮਿੱਠਾ ਜੀ, ਤੁਸੀਂ ਤੇ ਨਾ ਇੰਜ ਕਰਿਆ ਕਰੋ। ਜੇ ਤੁਸੀਂ ਮਿੱਠਾ ਜੀ ਬਾਜ਼ ਨਾ ਆਏ ਤੇ ਮੈਨੂੰ ਲੱਗਦਾ ਪਿਆ ਕਿ ਮੈਨੂੰ ਜਿਹੜਾ ਨਾ ਫਿਰ ਮੈਨੂੰ ਵੀ ਤੁਹਾਡੇ ਵਾਂਗ ਨਹੀਂ ਬੋਲਣਾ ਪੈਣਾ, ਤੁਹਾਡੇ ਖਿਲਾਫ ਹੀ ਬੋਲਣਾ ਪੈਣਾ। ਤੇ ਸਾਰੇ ਲੋਕ ਤੁਹਾਡਾ ਸੁਣਦੇ ਨੇ ਤੇ ਅਸੀਂ ਤੁਹਾਡਾ ਇਹਤਰਾਮ ਕਰਦੇ। ਵੱਡੇ ਜੇ ਤੁਸੀਂ ਔਰ ਨਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ। ਤੇ ਬਾਕੀ ਰਹਿ ਗਈ ਪੀਟੀਆਈ ਦੇ ਯੂਟਿਊਬਰ ਤੁਸੀਂ ਕੁਛ ਖੁਦਾ ਦਾ ਖੌਫ ਕਰੋ, ਕੁਛ ਖੁਦਾ ਦਾ ਖੌਫ ਕਰੋ। ਤੁਸੀਂ ਇਮਰਾਨ ਖਾਨ ਨਿਆਜ਼ੀ, ਸਾਬਕ ਪ੍ਰਾਈਮ ਮਿਨਿਸਟਰ, ਯਾਨੀ ਉਹਨਾਂ ਨੂੰ ਤੁਸੀਂ ਬਾਹਰ ਕਢਾਉਣ ਦੀ ਬਜਾਏ ਤੁਸੀਂ ਉਹਨਾਂ ਨੂੰ ਅੰਦਰ ਹੀ ਲੈ ਕੇ ਜਾ ਰਹੇ ਜੇ। ਮਜ਼ੀਦ ਤੁਸੀਂ ਉਹਨਾਂ ਨੂੰ ਧਕੇਲੀ ਜਾ ਰਹੇ ਜੇ। ਉਹ ਕਮ ਸੇ ਕਮ ਜਿਹੜੀ ਖਬਰ ਉੱਥੇ ਸਾਡੇ ਕੋਲ ਬੈਠਿਆ ਸਾਨੂੰ ਨਹੀਂ ਆਉਂਦੀ ਪਈ, ਇਮਰਾਨ ਖਾਨ ਜੇਲ੍ਹ 'ਚ, ਹਾਂਜੀ, ਉਹਨੂੰ ਇਹ ਨਹੀਂ ਪਤਾ ਲੱਗਦਾ ਉਹਨੂੰ ਰੋਟੀ ਕੀ ਮਿਲਦੀ ਪਈ ਹੈਗੀ ਹੈ। ਤੇ ਤੁਹਾਨੂੰ ਉਹਦੇ ਅੰਦਰ ਦੀ ਇੱਕ ਇੱਕ ਖਬਰ ਦਾ ਪਤਾ ਚੱਲ ਜਾਂਦਾ ਵੇ। ਹਾਂਜੀ, ਜਿਹੜੀ ਉੱਥੇ ਐਸਟੈਬਲਿਸ਼ਮੈਂਟ ਦੇ ਲੋਕ ਉੱਥੇ ਕੋਲ ਬੈਠੇ ਹੁੰਦੇ ਜਾਂ ਜੇਲ੍ਹ ਦੇ ਲੋਕ ਕੋਲ ਬੈਠੇ ਹੁੰਦੇ ਨੇ, ਉਹਨਾਂ ਨੂੰ ਸਿਰਫ ਇਸ ਗੱਲ ਦਾ ਪਤਾ ਹੁੰਦਾ ਹੈ ਤੇ ਤੁਹਾਨੂੰ ਇੱਕ ਇੱਕ ਚੀਜ਼ ਦਾ ਪਤਾ ਹੁੰਦਾ। ਕੁਝ ਖੁਦਾ ਦਾ ਖੌਫ ਕਰੋ, ਕੋਈ ਅੱਛੀਆਂ ਅੱਛੀਆਂ ਗੱਲਾਂ ਕਰੋ। ਐਵੇਂ ਝੂਠ ਤੇ ਝੂਠ ਬੋਲੀ ਨਾ ਜਾਇਆ ਕਰੋ। ਆਪਣੇ ਰਿਜ਼ਕ ਨੂੰ ਹਲਾਲ ਕਰਕੇ ਖਾਓ। ਮੈਂ ਨਾਂ ਨਹੀਂ ਕਿਸੇ ਦਾ ਲੈਣਾ ਚਾਹੁੰਦਾ। ਉਹ ਬੈਠੇ ਹੋਏ ਨੇ ਬਾਹਰ, ਜਿਹੜੇ ਕਹਿੰਦੇ ਸੀ ਸਾਡਾ जीना पाकिस्तान, साडा मरना पाकिस्तान, आपने हमको सब कुछ दिखा दिया था, आप कैसे ये कर। ਛੱਡੋ, ਨਿਕਲ ਗਏ, ਫਰਾਰ ਹੋ ਗਏ, ਪਹਾੜੀਆਂ 'ਚੋਂ ਨਿਕਲ ਗਏ, ਖੋਤਿਆਂ 'ਤੇ ਬਹਿ ਕੇ ਨਿਕਲ ਗਏ। ਤੇ ਸਰ, ਤੁਹਾਡੀ ਮਿਹਰਬਾਨੀ ਹੈ, ਤੁਸੀਂ ਵੀ ਕੁਝ ਖੁਦਾ ਦਾ ਖੌਫ ਕਰੋ। ਬਾਕੀ ਅਸੀਂ ਤੁਹਾਨੂੰ ਕੀ ਕਹਿ ਸਕਦੇ ਹਾਂ? ਤੁਹਾਡਾ ਆਪਣਾ ਫੇਲ, ਤੁਸੀਂ ਜਿਸ ਤਰ੍ਹਾਂ ਕਰੋਗੇ ਉਸ ਤਰ੍ਹਾਂ ਹੀ ਭਰੋਗੇ। ਅਸੀਂ ਪਹਿਲੇ ਦੇਖਦੇ ਰਹੇ, ਸਿਆਸਤਾਂ ਬੜੀਆਂ ਬੜੀਆਂ ਹੁੰਦੀਆਂ ਨੇ। ਨਵਾਜ਼ ਸ਼ਰੀਫ ਆਏ, ਉਹ ਨਵਾਜ਼ ਸ਼ਰੀਫ ਸਾਹਿਬ ਚਲੇ ਗਏ। ਹਾਂਜੀ, ਜ਼ਰਦਾਰੀ ਸਾਹਿਬ ਆਏ, ਜ਼ਰਦਾਰੀ ਸਾਹਿਬ ਜੇਲ੍ਹ 'ਚ ਚਲੇ ਗਏ, 10 ਸਾਲ ਉਹਨਾਂ ਨੇ ਵੀ ਜੇਲ੍ਹ ਕੱਟੀ। ਅਗਰ ਪੀਟੀਆਈ ਦਾ ਲੀਡਰ ਜੇਲ੍ਹ 'ਚ ਚਲਾ ਗਿਆ ਤਾਂ ਉਹ ਵੀ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਬਾਹਰ ਆ ਜਾਏਗਾ। ਕਿਸੇ ਨੂੰ ਪਰਮਾਨੈਂਟ ਇੱਥੇ ਸਜ਼ਾ ਨਹੀਂ ਹੈਗੀ। ਸਜ਼ਾ ਸਿਰਫ ਪਾਕਿਸਤਾਨ ਦੇ ਵਿੱਚ ਬਸ ਸਮਝ ਲਓ ਮਾੜੇ ਲੋਕਾਂ ਨੂੰ ਸਜ਼ਾ ਹੈਗੀ ਹੈ। ਕੇਸ ਵੀ ਉਹਨਾਂ ਵਾਸਤੇ ਹੈਗੇ। ਹੁਣੇ ਅਸੀਂ ਜਾ ਕੇ ਇਸ਼ਾਰਾ ਕੱਢ ਦੇਵਾਂਗੇ, ਅਗਲੇ ਨੇ ਸਾਨੂੰ ਫੜ ਲੈਣਾ, ਤੁੰਨ ਦੇਣਾ, ਜੇਲ੍ਹ 'ਚ ਸੁੱਟ ਦੇਣਾ। ਵੇਖਿਆ ਨਹੀਂ, ਛੋਟੇ ਛੋਟੇ ਬੱਚੇ ਫੜ ਕੇ ਜੇਲ੍ਹਾਂ 'ਚ ਤੁੰਨ ਦਿੱਤੇ ਸੀ। ਲੇਕਿਨ ਮਰੀਮ ਨਵਾਜ਼ ਨੇ ਬਹੁਤ ਅੱਛਾ ਐਕਸ਼ਨ ਲਿਆ। ਉਹਨਾਂ ਨੇ ਕਿਹਾ ਕਿ ਬੱਚੇ ਜਿਹੜੇ ਸਟੂਡੈਂਟ ਹੈਗੇ ਉਹਨਾਂ ਦੇ ਖਿਲਾਫ ਕੋਈ ਪਰਚਾ ਨਾ ਕਰੋ। ਉਹ ਜ਼ਬਰਦਸਤ ਕਿਸਮ ਦਾ ਉਹਨਾਂ ਨੇ ਕੰਮ ਕੀਤਾ। ਬਾਈ, ਲਾਹੌਰ 'ਚ ਆ ਕੇ, ਪੰਜਾਬ 'ਚ ਆ ਕੇ ਦੇਖੋ, ਇੱਥੇ ਬੜਾ ਅਮਨ ਹੈ ਤੇ ਜ਼ਬਰਦਸਤ ਕਿਸਮ ਦਾ ਕੰਮ ਹੋ ਰਿਹਾ ਵੇ। ਤੇ ਮਰੀਮ ਨਵਾਜ਼ ਕਰਵਾ ਰਹੀ ਹੈ। ਇਮਰਾਨ ਖਾਨ ਨੂੰ ਵੀ ਮੌਕਾ ਮਿਲਿਆ ਸੀ, ਉਹ ਵੀ ਕਰਵਾ ਸਕਦੇ ਸਨ। ਤੇ ਹਰ ਬੰਦਾ ਆਪਣਾ ਵੋਟ ਇਸ ਤਰ੍ਹਾਂ ਹਾਸਲ ਕਰਦਾ। ਸਬਰ ਕਰੋ, ਵਕਤ ਬਦਲ ਜਾਏਗਾ ਇਨਸ਼ਾਅੱਲਾ ਤਾਲਾ। ਪੀਟੀਆਈ ਦਾ ਵੀ ਚੰਗਾ ਵਕਤ ਆ ਜਾਏਗਾ। ਇਮਰਾਨ ਖਾਨ ਕਿਤੇ ਨਹੀਂ ਚੱਲੇ, ਉਹ ਪਾਕਿਸਤਾਨ ਦੇ ਵਿੱਚ ਹੀ ਨੇ। ਉਹਨਾਂ ਨੇ ਇੱਥੇ ਹੀ ਰਹਿਣਾ ਹੈ। ਉਹ ਕਹਿੰਦੇ ਮੈਂ ਨਹੀਂ ਕਿਤੇ ਬਾਹਰ ਜਾਣਾ, ਮੈਂ ਇੱਥੇ ਹੀ ਰਹਿਣਾ। ਭਾਵੇਂ ਜੇਲ੍ਹ 'ਚ ਰੱਖੋ, ਤੇ ਜੇਲ੍ਹ 'ਚ ਨਹੀਂ ਜੇ ਰਹਿਣਾ ਰੂਣਾ ਕੋਈ ਵੀ ਹੈਗਾ, ਉਹ ਵੀ ਬਾਹਰ ਆ ਜਾਣਗੇ ਵਕਤ ਦੇ ਨਾਲ, ਉਹ ਵੀ ਬਾਹਰ ਆ ਜਾਣਗੇ। ਸਾਡਾ ਅੱਜ ਦੀ ਵੀਡੀਓ ਕਰਨ ਦਾ ਮਕਸਦ ਸਿਰਫ ਇਹ ਹੈਗਾ ਸੀ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਗੁਫ਼ਤਗੂ ਕਰੋ, ਸਾਫ਼ ਸੁਥਰੀ ਕਰੋ, ਸਹਾਫਤ ਕਰੋ, ਉਹਨੂੰ ਬਦਨਾਮ ਨਾ ਕਰੋ। ਸਹਾਫੀ ਪਾਕਿਸਤਾਨ ਦੇ ਵਿੱਚ ਵੀ ਤੇ ਪਾਕਿਸਤਾਨ ਤੋਂ ਬਾਹਰ ਵੀ ਬੜੇ ਬੜੇ ਅੱਛੇ ਨੇ। ਤੇ ਗਾਲੀ ਗਲੋਚ ਵਾਲੀ ਜਿਹੜੀ ਸਿਆਸਤ ਹੈਗੀ ਨਾ, ਉਹ ਅੱਛੀ ਗੱਲ ਨਹੀਂ ਹੈਗੀ। ਤੇ ਸਿਆਸਤ ਪਾਕਿਸਤਾਨ 'ਚ ਹੁੰਦੀ ਰਹਿਣੀ ਹੈ। ਇਹ ਹੁਣ ਤੁਹਾਡੇ ਸਾਹਮਣੇ ਇੱਕ ਨਵਾਂ ਕੱਟਾ ਖੁੱਲਿਆ ਹੋਇਆ ਸੀ ਸਾਬਕਾ ਜਨਰਲ ਫੈਜ਼ ਹਮੀਦ ਦਾ। ਉਹਦਾ ਨਾਂ ਕੀ, ਹੁਣ ਸੋਸ਼ਲ ਮੀਡੀਆ ਨੂੰ ਇੱਕ ਟੌਪਿਕ ਮਿਲਿਆ ਹੋਇਆ ਹੈ ਕਿ ਫੈਜ਼ ਹਮੀਦ ਫੜੇ ਗਏ ਨੇ। ਉਹਨਾਂ ਨੇ ਉਹਦਾ ਨਾਂ ਕੀ ਹੈ ਹੁਣ, ਕੀ ਮਤਲਬ ਇਮਰਾਨ ਖਾਨ ਦੇ ਖਿਲਾਫ ਵਾਦਾਮਾਫ ਗਵਾਹ ਬਣਨਗੇ ਜਾਂ ਮਤਲਬ ਉਹਨਾਂ ਦੇ ਖਿਲਾਫ ਗਵਾਹੀਆਂ ਦੇਣਗੇ, ਉਹਨਾਂ ਦੇ ਉੱਤੇ ਵੀ ਕੇਸ ਖੁੱਲਣਗੇ। ਬਈ, ਅਗਰ ਜੁਰਮ ਕੀਤਾ ਹੈ ਤੇ ਸਜ਼ਾ ਮਿਲੇਗੀ। ਤੇ ਸਜ਼ਾ ਕਿਸੇ ਹਕੂਮਤ ਨੇ ਨਹੀਂ ਦੇਣੀ। ਸਜ਼ਾ ਤੇ ਜਿਹੜੀ ਹੈਗੀ ਉਹ ਅਦਾਲਤਾਂ 'ਚੋਂ ਮਿਲਣੀ ਹੈ। ਤੇ ਪੀਟੀਆਈ ਦੇ ਮਤਲਬ ਫੈਜ਼ ਹਮੀਦ ਸਾਹਿਬ ਨੂੰ ਮਤਲਬ ਫੌਜੀ ਅਦਾਲਤਾਂ 'ਚ ਵਿੱਚੋਂ ਸਜ਼ਾ ਹੋਈ, ਉਹਨਾਂ ਦੇ ਵਾਸਤੇ ਹਾਲੇ ਬੜੇ ਰਸਤੇ ਨੇ। ਉਹ ਜਾ ਕੇ ਆਪਣਾ ਅਪੀਲ ਦਾਇਰ ਕਰਨਗੇ, ਅੱਗੇ ਉਹਨਾਂ ਦੇ ਕੇਸ ਚੱਲਣਗੇ, ਹੋ ਸਕਦਾ ਉਹ ਬਰੀ ਵੀ ਹੋ ਜਾਣ। ਤੇ ਵਕਤ ਦੇ ਨਾਲ ਨਾਲ ਜਿਹੜਾ ਨਾ ਸਾਰਾ ਨਿਜ਼ਾਮ ਜਿਹੜਾ ਨਾ ਬਦਲਦਾ ਜਾਂਦਾ ਵੇ। ਬਾਕੀ ਉਹਨਾਂ ਦੇ ਕੇਸ ਤੋਂ ਬਾਅਦ ਜਿਹੜਾ ਨਾ ਹੋਰ ਬੜਾ ਕੁਝ ਹੋ ਰਿਹਾ। ਜਿਹੜੇ ਉਹ 9 ਮਈ ਦੇ ਕੇਸ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਬਤਾਖੋਰੀ ਦੇ ਵਿੱਚ ਸ਼ਾਮਲ ਸਨ, ਜਾਂ ਜਿਸ ਤਰ੍ਹਾਂ ਵੀ ਉਹ ਹੋ ਰਿਹਾ ਸੀ ਉਹਦੇ ਵਿੱਚ ਸ਼ਾਮਲ ਸਨ, ਉਹ ਸਾਰੇ ਦੇ ਸਾਰੇ ਹੁਣ ਜਿਹੜੇ ਨੇ ਨਾ ਉਹਨਾਂ ਨਾਂ ਕੀ ਕਿਰਦਾਰ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਤੇ ਬਾਕੀ ਮੀਆਂ ਨਵਾਜ਼ ਸ਼ਰੀਫ ਸਾਹਿਬ ਦੁਬਾਰਾ ਸਿਆਸਤ 'ਚ ਆ ਗਏ ਨੇ।
ਬੜੀ ਅੱਛੀ ਖੁਸ਼ੀ ਦੀ ਖਬਰ ਹੈ। ਅੱਜ ਫਿਰ ਉਹਨਾਂ ਨੇ ਇੱਕ ਮਤਲਬ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੈਂ ਮਤਲਬ ਟਿਕਟ ਉਹਨਾਂ ਲੋਕਾਂ ਨੂੰ ਦੇਵਾਂਗੇ ਜਿਹੜੇ ਸਾਡੇ ਪੁਰਾਣੇ ਲੋਕ ਹੈਗੇ ਨੇ, ਤੇ ਉਹਨਾਂ ਦੇ ਇੰਟਰਵਿਊ ਕਰਕੇ ਤੇ ਦੁਬਾਰਾ ਅਸੀਂ ਉਹਨਾਂ ਨੂੰ ਨੂਨ ਲੀਗ 'ਚ ਸ਼ਾਮਲ ਕਰਾਂਗੇ, ਤੇ ਨੂਨ ਲੀਗ ਦਾ ਜਿਹੜਾ ਨਾ ਦੁਬਾਰਾ ਸਰਵਾਈਵ ਕਰਾਂਗੇ। ਨੂਨ ਲੀਗ ਫਿਰ ਦੁਬਾਰਾ ਉਹਨਾਂ ਨਾਲ ਕੀ ਬਰਸਰੇ ਇਕਤਦਾਰ ਆਏਗੀ ਜਦੋਂ ਵੀ ਇਲੈਕਸ਼ਨ ਹੋਣਗੇ। ਇਲੈਕਸ਼ਨ ਕੋਈ ਦੂਰ ਨਹੀਂ ਹੈਗੇ, 2.5 ਸਾਲ ਤੇ ਗੁਜ਼ਰ ਹੀ ਚੱਲੇ, 2 ਸਾਲ ਤੇ ਗੁਜ਼ਰ ਗਏ, ਸਵਾ 2 ਸਾਲ। ਤੇ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਦੁਨੀਆ ਦੇ ਪੂਰੇ ਚੱਕਰ ਲਾ ਚੁੱਕੇ ਨੇ, ਹਾਂਜੀ, ਜਿੱਥੇ ਜਾਂਦੇ ਨੇ। ਹੁਣੇ ਤੁਸੀਂ ਦੇਖਿਆ ਨਹੀਂ, ਸਾਡੇ ਸੈਯਦ ਆਸਮ ਮਨੀਰ ਸਾਹਿਬ ਪੂਰੀ ਦੁਨੀਆ 'ਚ ਛਾਏ ਹੋਏ ਨੇ। ਉਹ ਪਤਾ ਨਹੀਂ ਝੂਠੀ ਖਬਰ ਹੈ ਕਿ ਸੱਚੀ ਖਬਰ ਹੈ ਕਿ ਪਾਕਿਸਤਾਨ ਦੇ ਆਰਮੀ ਚੀਫ ਦਾ ਜਿਹੜਾ ਨਾ ਗ੍ਰੇਡ ਸਭ ਤੋਂ ਉੱਤੇ, ਤਮਾਮ ਜਿੰਨੇ ਵੀ ਆਰਮੀ ਚੀਫ ਹੈਗੇ ਨੇ ਪੂਰੀ ਦੁਨੀਆ ਦੇ ਉੱਤੇ ਸਭ ਤੋਂ ਉੱਤੇ ਉਹਨਾਂ ਦਾ ਦੱਸਿਆ ਜਾ ਰਿਹਾ ਕਿ ਉਹ ਉਹਨਾਂ ਨਾਲ ਕਿ ਉਹਨਾਂ ਨੂੰ ਸਲੂਟ ਹੈ ਭਾਈ, ਉਹਨਾਂ ਨੂੰ ਸਲੂਟ ਹੈ। ਉਹਨਾਂ ਨੇ ਜਿਹੜਾ ਕੰਮ ਕਰਕੇ ਵਿਖਾਇਆ ਨਾ, ਉਹ ਤੁਹਾਨੂੰ ਪਤਾ ਤੇ ਹੈਗਾ। ਉਹਨਾਂ ਨੇ ਐਸਾ ਕੰਮ ਕਰ ਵਿਖਾਇਆ ਕਿ 4 ਘੰਟਿਆਂ ਦੇ ਵਿੱਚ ਜਿਹੜਾ ਨਾ ਐਡੀ ਵੱਡੀ ਐਟਮੀ ਤਾਕਤ ਤੇ ਐਡੀ ਵੱਡੀ ਇਕਨੋਮੀ ਤੇ ਇੰਨੀ ਉਹਨਾਂ ਦੀ ਆਵਾਮ, ਉਹ 4 ਘੰਟਿਆਂ ਦੇ ਵਿੱਚ ਜਿਹੜਾ ਨਾ ਉਹਨਾਂ ਨੂੰ ਗੋਡਿਆਂ ਤੇ ਸੁੱਟ ਦਿੱਤਾ, ਲੰਮਿਆਂ ਹੀ ਪਾ ਦਿੱਤਾ ਬਲਕਿ। ਹਾਂਜੀ, ਉਹ ਜਾ ਕੇ ਬਾਬਾ ਜੀ ਟਰੰਪ ਦੇ ਜਾ ਕੇ ਤਰਲੇ ਪਾਣਾ ਸ਼ੁਰੂ ਹੋ ਗਿਆ, ਉਹ ਜੰਗ ਬੰਦ ਕਰਾ ਦੇ, ਅਸੀਂ ਤੇ ਕੁਝ ਹੋਰ ਸੋਚਿਆ ਸੀ, ਇਹ ਕੀ ਬਣ ਗਿਆ ਸਾਡੇ ਨਾਲ। ਅਗਰ ਉਹ ਜੰਗ ਕਰ ਲੈਂਦੇ, ਵੈਸੇ ਤੇ ਉਹਨਾਂ ਨਾ ਕਿ ਉਹਨਾਂ ਨੇ ਬੜੀਆਂ ਹਾਲੇ ਵੀ ਤੜੀਆਂ ਤੁੜੀਆਂ ਦੇ ਰਹੇ ਨੇ ਉਧਰ। ਉਹਨਾਂ ਨਾ ਕੀ ਹੈ, ਉਹਨਾਂ ਦੇ ਜਿੰਨੇ ਸਹਾਬੀ ਯੂਟਿਊਬਰ ਬੈਠੇ ਹੋਏ ਨੇ, ਮੇਜਰ ਗੌਰਵ ਆਰੀਆ, ਉਸ ਤੋਂ ਜਰਨਲ ਬਖਸ਼ੀ, ਸਾਬਕ ਜਰਨਲ ਬਖਸ਼ੀ, ਬਾਬੇ ਹੈਗੇ ਨੇ ਸਾਰੇ, ਤਾਂ ਕੋਈ ਨਾ ਕੋਈ ਵੰਡ ਕੱਢੀ ਜਾਂਦੇ ਨੇ ਤੇ ਆਪਣਾ ਚੂਰਨ ਵੇਚੀ ਜਾਂਦੇ ਪਏ ਨੇ। ਹੁਣ ਇਹਨਾਂ ਨੇ ਸਾਡੇ ਨਾਲ ਜੰਗ ਕੋਈ ਨਹੀਂ ਜੀ ਹਾਲੇ ਕਰਨੀ, ਟਾਈਮ ਨਹੀਂ ਜੇਗਾ। ਕਿਉਂ ਕਿ ਉਹਨਾਂ ਦੇ ਆਪਣੇ ਅੰਦਰ ਹੀ ਮਾਮਲੇ ਇੰਨੇ ਖਰਾਬ ਹੋ ਚੁੱਕੇ ਹੋਏ ਨੇ, ਇੰਨੇ ਮਾਮਲੇ ਅੰਦਰ ਖਰਾਬ ਹੋ ਚੁੱਕੇ ਹੋਏ ਨੇ ਕਿ ਉਹ ਸਾਡੇ ਨਾਲ ਜੰਗ ਕਰਨਗੇ ਨਾ ਤੇ ਫਿਰ ਉਹਨਾਂ ਨੂੰ ਸਾਰੋਂ ਪਾਸੇ ਜਿਹੜਾ ਨਾ ਘੇਰਾ ਪੈ ਜਾਣਾ ਜੇ। ਚਾਈਨਾ ਨੇ ਵੀ ਪਾ ਦੇਣਾ ਜੇ, ਬੰਗਲਾਦੇਸ਼ ਨੇ ਵੀ ਪਾ ਦੇਣਾ ਜੇ, ਉਧਰੋਂ ਉਹਨਾਂ ਨਾਲ ਕੀ ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਪੈ ਜਾਣਾ ਜੇ। ਉਹ ਪੰਜਾਬ ਵਾਲੇ ਵੀ ਭੂਤਰੇ ਪਏ ਨੇ, ਉਹ ਸਿੱਖ ਭਰਾ ਸਾਡੇ ਉਹ ਵੀ ਭੂਤਰੇ ਹੋਏ ਨੇ। ਤੇ ਵੇਖੋ ਉਹਨਾਂ ਨਾਲ ਕੀ ਅਗਰ ਜੰਗ ਕਰਦੇ ਨੇ ਤੇ ਉਹਨਾਂ ਨਾਲ ਹੁੰਦਾ ਕੀ ਹੈ। ਇੱਕ ਵਕਤ ਸੀ ਪਾਕਿਸਤਾਨ ਦਾ ਮਿਆਰ ਥੋੜਾ ਥੱਲੇ ਗਿਆ ਸੀ, ਥੋੜਾ ਨਹੀਂ ਬਹੁਤਾ ਹੀ ਚਲਾ ਗਿਆ ਸੀ ਥੱਲੇ, ਲੇਕਿਨ ਮਾਸ਼ਾਅੱਲਾ ਅੱਲਾ ਨੇ ਬੜੀ ਇੱਜ਼ਤ ਬਖਸ਼ੀ। ਮੀਆਂ ਸ਼ਬਾਜ਼ ਸ਼ਰੀਫ ਨੂੰ ਬੜੀ ਇੱਜ਼ਤ ਮਿਲੀ, ਸਾਡੇ ਜਨਰਲ ਆਸਮ ਮਨੀਰ ਫੀਲਡ ਮਾਰਸ਼ਲ ਹੋਰ ਵੀ ਜਿਹੜੇ ਉਹਨਾਂ ਨਾਲ ਚੀਫ ਆਫ ਆਰਮੀ ਸਟਾਫ ਉਹਦੇ ਉਹਨਾਂ ਨੂੰ ਮਿਲੇ, ਅੱਲਾ ਨੇ ਉਹਨਾਂ ਨੂੰ ਇੱਜ਼ਤ ਦਿੱਤੀ। ਸਾਡੀ ਪਾਕ ਫੌਜ ਨੇ ਬਹੁਤ ਜ਼ਬਰਦਸਤ ਕੰਮ ਕੀਤਾ, ਸਾਡੇ ਪਾਕ ਫੌਜ ਦੇ ਜਵਾਨਾਂ ਨੇ ਬਹੁਤ ਜ਼ਬਰਦਸਤ ਕਿਸਮ ਦਾ ਕੰਮ ਕੀਤਾ। ਦੇਖਿਆ ਨਹੀਂ ਜਿਸ ਵੇਲੇ ਉਹਨਾਂ ਨਾਲ ਕੀ ਮਿਜ਼ਾਈਲ ਚੱਲਦੇ ਸੀ ਤੇ ਹਿੰਦੁਸਤਾਨ ਵਾਲੇ, ਦੇਖਿਆ ਨਹੀਂ ਤੁਸੀਂ, ਸਾਡੀ ਤੇ ਆਵਾਮ ਉੱਥੇ ਕੋਲ ਬੈਠੀ ਹੋਈ ਸੀ। ਉਹ ਐਸੀ ਤੇ ਗਲੇਲ ਦੇ ਨਾਲ ਉਹਨਾਂ ਨਾਲ ਕਿ ਤੁਹਾਡੇ ਡਰੋਨ ਦੇਖਦੇ ਨੇ ਤਾਂ ਤੁਸੀਂ ਤਾਂ ਲੱਭਦੇ ਫਿਰਦੇ ਜੇਕਰ ਉਹਨਾਂ ਨਾਲ ਕਿ ਸਾਡੇ ਉੱਤੇ ਤੁਸੀਂ ਡਰੋਨ ਸਟ੍ਰਾਈਕ ਕਰੋਗੇ, ਜਿੰਨੇ ਮਰਜ਼ੀ ਛੱਡ ਲੈਣਾ, ਅਸੀਂ ਉਹ ਜੰਬਰ ਬੈਮਰ ਸਾਰੇ ਫਿੱਟ ਫੁੱਟ ਕਰ ਦਿੱਤੇ ਨੇ। ਹੁਣ ਤੁਹਾਡਾ ਜਿਹੜਾ ਨਾ ਉਹ ਕੰਮ ਮਜ਼ਾ ਨਹੀਂ ਆਉਣਾ ਤੁਹਾਨੂੰ। ਹੁਣ ਤੁਸੀਂ ਅਗਰ ਕੀਤਾ ਨਾ ਤੇ ਇਹ ਪਹਿਲੇ ਨਾਲੋਂ ਜ਼ਿਆਦਾ ਜਿਹੜਾ ਨਾ ਤੁਹਾਡੇ ਉੱਤੇ ਕੰਮ ਲੱਗਣਾ ਜੇ। ਤੇ ਜੇ ਸਾਡੀ ਤੁਹਾਨੂੰ ਵੀਡੀਓ ਪਸੰਦ ਆਉਂਦੀ ਤਾਂ ਭਾਈ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਅਸੀਂ ਤੁਹਾਨੂੰ ਅੱਛੀ ਤੋਂ ਅੱਛੀ ਵੀਡੀਓ ਭੇਜੀਏ। ਪਾਕਿਸਤਾਨ ਜ਼ਿੰਦਾਬਾਦ।